ਮੀਆਂ ਮੁਹੰਮਦ ਬਖਸ਼। ਕਲਾਮ ਮੀਆਂ ਮੁਹੰਮਦ ਬਖਸ਼। ਅੱਜ ਸਾਡਾ ਮੌਜੂ ਹੈ ਹਿੱਸਾ ਸ਼ਾਇਰੀ ਦੇ ਵਿੱਚ ਸਫਾ ਨੰਬਰ ਹੈ 55। ਮੀਆਂ ਮੁਹੰਮਦ ਬਖਸ਼ ਅੰਗਰੇਜ਼ ਦੌਰ ਦੇ ਅਹਿਮ ਸ਼ਾਇਰ ਨੇ। 1830 ਵਿੱਚ ਪੈਦਾ ਹੋਏ ਤੇ 1907 ਵਿੱਚ ਖੜੀ ਛਿੜੀ ਵਿੱਚ ਇਹਨਾਂ ਦੀ ਵਫਾਤ ਹੋਈ। ਆਪ ਨੇ ਮੁੱਢਲੀ ਤਾਲੀਮ ਜਿਹੜੀ ਆਪਣੇ ਵਾਲਿਦ ਮੀਆਂ ਸ਼ਮਸੁਦੀਨ ਕੋਲੋਂ ਹਾਸਿਲ ਕੀਤੀ। ਇਸ ਤੋਂ ਵੱਖ ਹਾਫਿਜ਼ ਮੁਹੰਮਦ ਅਲੀ ਤੇ ਹਾਫਿਜ਼ ਨਾਸਰ ਅਲੀ ਹੋਰਾਂ ਕੋਲੋਂ ਵੀ ਤਾਲੀਮ ਹਾਸਿਲ ਕਰਦੇ ਰਹੇ। ਫਾਰਸੀ ਅਰਬੀ ਜ਼ੁਬਾਨ ਤੇ ਅਬੂਰ ਹਾਸਿਲ ਕੀਤਾ ਤੇ ਇਹੀ ਜ਼ੁਬਾਨ ਦੇ ਲਫ਼ਜ਼ ਜਿਹੜੇ ਨੇ ਉਹ ਸਾਨੂੰ ਸੈਫੁਲ ਮਲੂਕ ਉਹਨਾਂ ਦੀ ਜਿਹੜੀ ਸ਼ੋਹਰਾ ਦੁਆਮ ਜਿਹੜੀ ਕਿਤਾਬ ਹੈ ਉਹਦੇ ਵਿੱਚੋਂ ਵੀ ਨਜ਼ਰ ਆਉਂਦੇ ਨੇ। ਆਪ ਦੇ ਕਲਾਮ ਵਿੱਚ ਫਾਰਸੀ ਤੇ ਅਰਬੀ ਜ਼ੁਬਾਨ ਦੇ ਜਿਹੜੇ ਲਫ਼ਜ਼ ਨੇ ਉਹ ਢੇਰ ਮਿਲਦੇ ਨੇ ਤੇ ਇਸ ਤੋਂ ਵੱਖ ਆਪ ਨੇ ਤਫਸੀਰ ਫਿਕ ਤੇ ਹਦੀਸ ਦੀ ਵੀ ਜਿਹੜੀ ਤਾਲੀਮ ਹਾਸਿਲ ਕੀਤੀ ਤੇ ਕੁੱਲ 17 ਕਿਤਾਬਾਂ ਲਿਖੀਆਂ। ਸੈਫੁਲ ਮਲੂਕ ਦੇ ਵਿੱਚ ਜੋ ਕਲਾਮ ਹੈ ਉਹਦੇ ਵਿੱਚੋਂ 4 ਬੰਦ ਨੇ ਜਿਹੜੇ ਸਾਡੇ ਕੋਲ ਇਸ ਨਿਸਾਬ ਵਿੱਚ ਸ਼ਾਮਿਲ ਕੀਤੇ ਗਏ ਨੇ। ਇਹ ਸੈਫੁਲ ਮਲੂਕ ਨੂੰ ਸਫਰੁਲ ਇਸ਼ਕ ਜਾਂ ਇਸ਼ਕ ਦਾ ਸਫ਼ਰ ਵੀ ਜਿਹੜਾ ਹੈ ਉਹ ਆਖਿਆ ਜਾਂਦਾ ਹੈ। ਇਸ ਇਸ਼ਕ ਦੇ ਸਫ਼ਰ ਦੇ ਵਿੱਚ ਬਿਆਨ ਕਰਦੇ ਹੋਇਆਂ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਇਨਸਾਨ ਦੇ ਦਿਲ ਤੇ ਦਿਮਾਗ ਦੇ ਸਾਰੇ ਬੂਹੇ ਖੋਲ੍ਹ ਦਿੱਤੇ। ਉਹਨਾਂ ਨੇ ਸੈਫੁਲ ਮਲੂਕ ਤੇ ਸ਼ਾਰਿਸਤਾਨ ਦੀ ਪਰੀ ਬਦੀਉਲ ਜਮਾਲ ਦੇ ਇਸ਼ਕ ਨੂੰ ਐਵੇਂ ਬਿਆਨ ਕੀਤਾ ਕਿ ਉਸ ਨੂੰ ਸ਼ੋਹਰਤ ਤੇ ਬਕਾਏ ਦੁਆਮ ਹਾਸਿਲ ਹੋ ਗਈ। ਔਰ ਅੱਜ ਵੀ ਉਹਨਾਂ ਦੇ ਕਲਾਮ ਦੀ ਨਖਮਗੀ ਔਰ ਜਿਹੜੀ ਸ਼ਾਇਰੀ ਦੇ ਵਿੱਚ ਰਿਦਮ ਹੈ ਔਰ ਸ਼ਾਇਰੀ ਦੇ ਵਿੱਚ ਜਿਹੜੇ ਸਬਕ ਨੇ ਉਸ ਪਾਰੋਂ ਆਪ ਦੇ ਕਲਾਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਔਰ ਇਹ ਪਸੰਦੀਦਗੀ ਦੀ ਵਜ੍ਹਾ ਕੀ ਹੈ, ਇਹਦੇ ਵਿੱਚ ਕੀ ਸਬਕ ਨੇ, ਉਸ ਦਾ ਇੱਕ ਝਲਕੀ ਜਿਹੜੀ ਹੈ ਉਹ ਸਾਨੂੰ ਇਸ ਸਬਕ ਦੇ ਵਿੱਚ ਵੀ ਨਜ਼ਰ ਆਏਗੀ ਜਿਹੜੀ ਅਸੀਂ ਇਹਦਾ ਜਿਹੜਾ ਹੈ ਉਹ ਮੁਤਾਲਾ ਕਰਨੇ ਆ ਤੇ ਵੇਖਨੇ ਆ ਉਹਦੇ ਵਿੱਚ ਕੀ ਸਾਡੇ ਕੋਲ ਜਿਹੜਾ ਹੈ ਉਹਨਾਂ ਨੇ ਬਿਆਨ ਕੀਤਾ। ਇਸ ਦੇ ਵਿੱਚ 4 ਜਿਹੜੇ ਨੇ ਉਹ ਬੰਦ ਜਿਹੜੇ ਨੇ ਉਹ ਬਿਆਨ ਕੀਤੇ ਗਏ ਨੇ, ਦੱਸੇ ਗਏ ਨੇ, ਸਿਲੇਬਸ ਦੇ ਵਿੱਚ ਦਿੱਤੇ ਗਏ ਨੇ। ਸਦਾਨਾ ਰਸਦ ਬਾਜ਼ਾਰੀ ਵਿਕਸੀ, ਸਦਾਨਾ ਰੌਨਕ ਸ਼ਹਿਰਾਂ, ਸਦਾਨਾ ਮੌਜ ਜਵਾਨੀ ਵਾਲੀ, ਸਦਾਨਾ ਨਦੀ ਲਹਿਰਾਂ, ਸਦਾਨਾ ਲਾਟ ਚਿਰਾਗਾਂ ਵਾਲੀ, ਸਦਾਨਾ ਸੋਜ਼ ਪਤੰਗਾਂ, ਸਦਾ ਉਡਾਰਾਂ ਨਾਲ ਕਿਤਾਰਾਂ, ਰਹਿਸਨ ਕਦ ਕੁਲੰਗਾਂ, ਸਦਾ ਨੀ ਹੱਥ ਮਹਿੰਦੀ ਰੱਤੇ, ਸਦਾ ਨਾ ਛਨਕਨ ਵੰਗਾਂ, ਸਦਾ ਨਾ ਛੋਪੇ ਪਾ ਮੁਹੰਮਦ ਰਲ ਮਿਲ ਬੈਨ ਸੰਗਾਂ। ਇਹ ਪਹਿਲਾ ਬੰਦ ਹੈ। ਪਹਿਲੇ ਬੰਦ ਦੇ ਲਫ਼ਜ਼ੀ ਮਾਨੀ ਵੀ ਵੇਖਨੇ ਆ ਤੇ ਨਾਲ ਇਹਦੇ ਅੰਦਰ ਦਾ ਜਿਹੜਾ ਤੱਤ ਹੈ ਉਸ ਨੂੰ ਵੀ ਬਾਹਰ ਲਿਆਉਣ ਦਾ ਯਤਨ ਕਰਨੇ ਆ। ਰਸਦ ਸਦਾ ਕਹਿੰਦੇ ਨੇ ਹਮੇਸ਼ਾ ਨੂੰ। ਸਦਾ ਦਾ ਮਤਲਬ ਹਮੇਸ਼ਾ, ਆਲਵੇਜ਼। ਰਸਦ ਕਹਿੰਦੇ ਨੇ ਸਪਲਾਈ ਨੂੰ, ਕਿਸੇ ਚੀਜ਼ ਨੂੰ ਭੇਜਣਾ। ਹੁਣ ਤੁਸੀਂ 2 ਇਕਨੋਮਿਕਸ ਵਾਲੇ ਜਿਹੜੇ ਬੱਚੇ ਨੇ ਉਹ ਦੇਖ ਸਮਝ ਆ ਜਾਣਗੇ ਉਹਨੂੰ, ਕਿਉਂਕਿ ਡਿਮਾਂਡ ਐਂਡ ਸਪਲਾਈ 2 ਉਹਨਾਂ ਦੇ ਕੋਲ ਟਰਮਨੋਲੋਜੀ ਹੁੰਦੀ ਹੈ ਕਿ ਜਿਵੇਂ ਕਿਸੇ ਸ਼ੈ ਦੀ ਤਲਬ ਵੱਧਦੀ ਹੈ ਤੇ ਉਸ ਦੀ ਰਸਦ ਵੀ ਵਧਾਉਣੀ ਪੈ ਜਾਂਦੀ ਹੈ। ਡਿਮਾਂਡ ਕਹਿੰਦੇ ਨੇ ਤਲਬ ਨੂੰ ਤੇ ਸਪਲਾਈ ਕਹਿੰਦੇ ਨੇ ਰਸਦ ਨੂੰ। ਰਸਦ ਦਾ ਮਤਲਬ ਹੋ ਗਿਆ ਸਮਾਨ ਜਾਂ ਕੋਈ ਸ਼ੈ ਮਾਰਕੀਟ ਤੱਕ ਅਪਣਾਉਣ ਨੂੰ ਅਸੀਂ ਰਸਦ ਕਹਿੰਦੇ ਹਾਂ। ਵਿਕਸੀ ਵਿਕੇਗੀ, ਖਰੀਦੋ ਫਰੋਖਤ ਹੋਏਗੀ। ਨਾ ਰੌਣਕ ਸ਼ਹਿਰਾਂ, ਨਾ ਕਹਿੰਦਾ ਕਿ ਹਮੇਸ਼ਾ ਨਾ ਤੇ ਬਾਜ਼ਾਰਾਂ 'ਚ ਰਸਦ ਇੱਕੋ ਜਿਹੀ ਰਹਿੰਦੀ ਹੈ, ਨਾ ਤਲਬ ਇੱਕੋ ਜਿਹੀ ਰਹਿੰਦੀ ਹੈ, ਨਾ ਹੀ ਜਿਹੜੀ ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਹੈ ਉਹ ਹੀ ਹਮੇਸ਼ਾ ਇਹ ਇੱਕੋ ਜਿਹੀ ਰਹਿੰਦੀ ਹੈ। ਇਸ ਨੇ ਇੱਕ ਨਾ ਇੱਕ ਦਿਨ ਖ਼ਤਮ ਹੋਣਾ ਹੁੰਦਾ ਹੈ, ਮੁੱਕ ਜਾਣਾ ਹੁੰਦਾ ਹੈ। ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀ ਲਹਿਰਾਂ। ਜਵਾਨੀ ਦੀਆਂ ਜਿਹੜੀਆਂ ਮੌਜਾਂ ਨੇ, ਜਿਹੜੀਆਂ ਮਸਤੀਆਂ ਨੇ, ਜਿਹੜੀਆਂ ਨੇ ਸੁੱਖ ਨੇ, ਜਿਹੜੀਆਂ ਲਹਿਰਾਂ ਨੇ ਜਵਾਨੀ ਦੀਆਂ, ਉਹ ਸਾਰੇ ਹਮੇਸ਼ਾ ਵਾਸਤੇ ਨਹੀਂ ਰਹਿਣਾ, ਕਿਉਂਕਿ ਜਵਾਨੀ ਦਾ ਤਾਲੁਕ ਜ਼ਿੰਦਗੀ ਨਾਲ ਹੈ ਤੇ ਜ਼ਿੰਦਗੀ ਜਿਹੜੀ ਹੈ ਆਰਜ਼ੀ ਹੈ, ਉਹਨੇ ਮੁੱਕ ਜਾਣਾ ਹੈ, ਉਹਨੇ ਖ਼ਤਮ ਹੋ ਜਾਣਾ ਹੈ ਔਰ ਉਸ ਦਾ ਹਮੇਸ਼ਾ ਇੱਕੋ ਜਿਹੇ ਵੇਲੇ, ਇੱਕੋ ਜਿਹੇ ਹਾਲਾਤ ਜਿਹੜੇ ਨੇ ਉਹ ਨਹੀਂ ਰਹਿਣੇ, ਉਸ ਨੇ ਮੁੱਕ ਜਾਣਾ। ਜਿਵੇਂ ਅਸੀਂ ਵਾਰਿਸ ਸ਼ਾਹ ਦੇ ਹਵਾਲੇ ਨਾਲ ਕੱਲ੍ਹ ਪੜ੍ਹਿਆ ਸੀ, ਕਈ ਬੋਲ ਗਏ
शाख उमर दी ते इत्थे आल ना किसे ना पाया ई। कि बड़े बड़े आए, उन्हें इत्थे अपना अपना बेला लंघाया, हमेशा वास्ते इत्थे कोई ना रहा। सदा ना लाट चिरागां वाली, सदा ना सोच पतंगां। ਹੁਣ ਤੁਸੀਂ ਜ਼ਿਹਨ 'ਚ ਚਿਰਾਗ ਲੈ ਕੇ ਆਓ, ਚਿਰਾਗ ਦੇ ਵਿੱਚ ਤੇਲ ਪਿਆ ਹੋਏ ਤੇ ਫਿਰ ਉਹਦੇ ਵਿੱਚ ਜਿਹੜੀ ਬੱਤੀ ਬਣਾ ਕੇ ਉਹਨਾਂ ਨੇ ਰੱਖੀ ਹੁੰਦੀ ਹੈ ਰੂਹ ਦੀ ਜਾਂ ਸੂਤਰ ਦੀ, ਤੇ ਉਸ ਨੂੰ ਜਦੋਂ ਬਾਲੀਦਾ ਹੈ ਤੇ ਉਹਦੀ ਲੰਬੀ ਸਾਰੀ ਚਿੰਗਾਰੀ ਜਿਹੜੀ ਉਹਦੀ ਲਾਟ ਜਿਹੜੀ ਹੈ ਉਹ ਨਿਕਲਦੀ ਹੈ। ਲਾਟ ਦਾ ਮਤਲਬ ਸ਼ੋਲਾ ਜਿਹੜਾ ਹੈ ਉਹ ਲੰਬਾ ਸਾਰਾ ਨਿਕਲਦਾ ਹੈ। ਉਹ ਜਿਹੜਾ ਜਦੋਂ ਚਿਰਾਗ ਜਿਹੜਾ ਹੈ ਉਹ ਭਰਿਆ ਹੁੰਦਾ ਹੈ ਤੇਲ ਦੇ ਨਾਲ, ਤੇ ਉਹਦਾ ਸ਼ੋਲਾ ਜਿਹੜਾ ਹੈ ਉਹ ਠੀਕ ਠਾਕ ਤੇ ਬੜਾ ਵੱਡਾ ਹੁੰਦਾ ਹੈ। ਲੇਕਿਨ ਜਿਵੇਂ ਜਿਵੇਂ ਤੇਲ ਮੁੱਕਦਾ ਜਾਂਦਾ ਹੈ ਤੇ ਉਹ ਲਾਟ ਜਿਹੜੀ ਹੈ ਉਹ ਛੋਟੀ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਵਾਨੀ ਦੀ ਜਿਹੜੀ ਤਾਕਤ ਹੈ, ਜਵਾਨੀ ਦੀ ਜਿਹੜੀ ਖੂਬਸੂਰਤੀ ਹੈ, ਜਵਾਨੀ ਦਾ ਜਿਹੜਾ ਰੰਗ ਹੈ ਉਹ ਵੀ ਹੌਲੀ ਹੌਲੀ ਮੱਧਮ ਹੋਣ ਲੱਗ ਪੈਂਦਾ ਹੈ। ਤੇ ਨਾ ਸਦਾ ਨਾ ਲਾਟ ਚਿਰਾਗਾਂ ਵਾਲੀ, ਸਦਾ ਨਾ ਸੋਚ ਪਤੰਗਾਂ। ਤੇ ਜਿਹੜੀ ਜਲਨ ਹੈ, ਜਿਹੜਾ ਸੜਿਆਪਨ ਨੇ, ਜਿਹੜੀ ਤਪਸ਼ ਹੈ ਪਤੰਗਿਆਂ ਦੇ ਵਿੱਚ, ਪਤੰਗੇ ਪਰਵਾਨਿਆਂ ਨੂੰ ਕਹਿੰਦੇ ਆ, ਉਹ ਵੀ ਇੱਕ ਨਾ ਇੱਕ ਦਿਨ ਮੁੱਕ ਜਾਂਦੀ ਹੈ, ਉਹ ਵੀ ਖ਼ਤਮ ਹੋ ਜਾਂਦੀ ਹੈ। ਉਸ ਨੇ ਵੀ ਹਮੇਸ਼ਾ ਨਹੀਂ ਰਹਿਣਾ। ਯਾਨੀ ਕਿ ਜੀਵਨ ਜਿਹੜਾ ਹੈ ਉਹ ਬਿਲਕੁਲ ਹੀ ਆਰਜ਼ੀ ਤੇ ਫਾਨੀ ਸ਼ੈ, ਉਹ ਲਫਾਨੀ ਨਹੀਂ ਹੈ। ਇਸੇ ਲਈ ਤੇ ਤਨਵੀਰ ਬੁਖਾਰੀ ਨੇ ਕਿਹਾ ਸੀ, ਜ਼ਿੰਦਗੀ ਕੀ ਹੈ ਜਿਵੇਂ ਕਿਰਾਏ ਦਾ ਮਕਾਨ, ਜਿਸ ਵੇਲੇ ਜੀ ਕਰੇ ਮਾਲਕ ਲਵੇ ਖਾਲੀ ਕਰਾ। ਕਿ ਇਹ ਤੇ ਮਾਲਕ ਨੇ ਖਾਲੀ ਕਰਾ ਲੈਣਾ ਹੈ, ਔਰ ਉਹ ਮਾਲਕ ਦੀ ਹੀ ਬੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਵਾਸਤੇ ਜ਼ਿੰਦਗੀ ਮਿਲ ਸਕਦੀ ਹੈ, ਹਮੇਸ਼ਾ ਵਾਸਤੇ ਜਿਹੜੀ ਹੈ ਉਹ ਕਾਮਯਾਬੀ ਮਿਲ ਸਕਦੀ ਹੈ। ਸਦਾ ਨਹੀਂ ਹੱਥ ਮਹਿੰਦੀ ਰੱਤੇ। ਮਹਿੰਦੀ ਨਾਲ ਹੱਥ ਜਿਹੜਾ ਹੈ ਉਹ ਰੰਗਿਆ ਜਾਣਾ, ਇਹਦੇ ਵਿੱਚ ਖੁਸ਼ੀਆਂ ਨੇ, ਇਹਦੇ ਵਿੱਚ ਸੁਹਾਗ ਹੈ, ਇਹਦੇ ਵਿੱਚ ਜੀਵਨ ਦਾ ਨਵਾਂ ਸਫ਼ਰ ਹੈ, ਇਹਦੇ ਵਿੱਚ ਮਹਿਬੂਬ ਦੀ ਜਿਹੜੀ ਹੈ ਉਹ ਮਹਿਬੂਬ ਦਾ ਵਸਲ ਹੈ, ਮਹਿਬੂਬ ਦੇ ਨਾਲ ਮਿਲਣਾ ਹੈ। ਉਹ ਸਾਰੇ ਜਿਹੜੇ ਰੰਗ ਨੇ ਕਹਿੰਦੇ ਹਮੇਸ਼ਾ ਨਹੀਂ ਹੈ। ਸਦਾ ਨਹੀਂ ਹੱਥ ਮਹਿੰਦੀ ਰੱਤੇ, ਸਦਾ ਨਾ ਛਣਕਣ ਵੰਗਾਂ। ਹਮੇਸ਼ਾ ਵੰਗਾਂ ਵੀ ਜਿਹੜੀਆਂ ਹਮੇਸ਼ਾ ਨਹੀਂ ਛਣਕੀਆਂ ਜਾਂਦੀਆਂ। ਮਹਿਬੂਬ ਨੇ ਵੀ ਇੱਕ ਦਿਨ ਵਿਛੜ ਜਾਣਾ ਹੈ। ਤੁਹਾਨੂੰ ਯਾਦ ਹੋਏ ਕਿ ਹਿੰਦੂਆਂ ਦੀ ਰੀਤ ਦੇ ਮੁਤਾਬਿਕ ਜਦੋਂ ਵੰਗਾਂ ਤੋੜ ਦਿੱਤੀਆਂ ਜਾਂਦੀਆਂ ਨੇ, ਜਦੋਂ ਮਹਿਬੂਬ ਜਿਹੜਾ ਹੈ ਉਹ ਖ਼ਤਮ ਹੋ ਜਾਏ, ਮਹਿਬੂਬ ਮਰ ਜਾਏ ਜਾਂ ਔਰਤ ਵਿਧਵਾ ਹੋ ਜਾਏ, ਕਹਿੰਦੇ ਇਸੇ ਤਰ੍ਹਾਂ ਹੀ ਜਿਵੇਂ ਮਹਿਬੂਬ ਨਹੀਂ ਰਹਿਣਾ, ਜਿਵੇਂ ਮਹਿੰਦੀ ਦੇ ਰੰਗ ਜਿਹੜੇ ਨੇ ਹਮੇਸ਼ਾ ਵਾਸਤੇ ਇੱਕੋ ਜਿਹੀ ਹੱਥਾਂ 'ਤੇ ਨਹੀਂ ਰਹਿਣੇ, ਉਹਨੇ ਵੇਲੇ ਦੇ ਨਾਲ ਨਾਲ ਫਿੱਕਾ ਪੈ ਜਾਣਾ ਹੈ। ਨਾ ਹੀ ਵੰਗਾਂ ਛਣਕਦੀਆਂ ਚੰਗੀਆਂ ਲੱਗਦੀਆਂ ਨੇ। ਤੇ ਸਦਾ ਨਾ ਛੋਪੇ ਪਾ ਮੁਹੰਮਦ, ਰਲ ਮਿਲ ਬੈਨ ਸੰਗਾ। ਛੋਪ ਕਹਿੰਦੇ ਨੇ ਚਾਰ ਪੂਣੀਆਂ ਨੂੰ ਇਕੱਠਾ ਕਰਕੇ ਰੱਖਣਾ। ਛੋਪਾ ਯਾਨੀ ਕਿ ਜਦੋਂ ਜੋੜਦੇ ਸਨ ਪੁਰਾਣੇ ਵੇਲਿਆਂ ਦੇ ਵਿੱਚ, ਕੁੜੀਆਂ ਚਿੜੀਆਂ ਇਕੱਠੇ ਬਹਿ ਕੇ ਪੂਣੀਆਂ ਕਰਦੀਆਂ ਸਨ, ਤੇ ਪੂਣੀਆਂ ਨੂੰ ਜਦੋਂ ਇਕੱਠੇ ਜੋੜਦੇ ਸਨ, ਚਾਰ ਪੂਣੀਆਂ ਨੂੰ ਛੋਪ ਕਿਹਾ ਜਾਂਦਾ ਸੀ। ਜਦੋਂ ਛੋਪੇ ਜਿਹੜੇ ਉਹ ਪੂਣੀਆਂ ਦੇ ਹੋਰ ਜ਼ਿਆਦਾ ਇਕੱਠੇ ਜਦੋਂ ਜੋੜ ਕੇ ਰੱਖਤੇ ਜਾਣਗੇ, ਢੇਰ ਲਾਇਆ ਜਾਏਗਾ, ਉਸ ਨੂੰ ਛੋਪੇ ਕਹਿੰਦੇ। ਕਿ ਜਿਹੜਾ ਆਰਜ਼ੀ ਜਿਹੜੇ ਡੇਰੇ ਨੇ, ਜਿਹੜੇ ਆਰਜ਼ੀ ਜਿਹੜਾ ਜ਼ਖੀਰਾ ਕੀਤਾ ਜਾਂਦਾ ਹੈ ਦੁਨੀਆ ਦੇ ਉੱਤੇ, ਜਾਂ ਜਿਹੜਾ ਰੱਖਿਆ ਜਾਂਦਾ ਹੈ, ਉਹ ਹਮੇਸ਼ਾ ਵਾਸਤੇ ਨਹੀਂ ਹੈ। ਉਸ ਨੇ ਵੀ ਮਿਟ ਜਾਣਾ ਹੈ, ਉਸ ਨੇ ਵੀ ਖ਼ਤਮ ਹੋ ਜਾਣਾ ਹੈ, ਕਿਉਂਕਿ ਉਹਦੀ ਜ਼ਾਹਿਰੀ ਸ਼ਾਨ ਸ਼ੌਕਤ ਵੀ ਮੁੱਕਦੀ ਜਾ ਰਹੀ ਹੈ, ਤੇ ਉਮਰਾਂ ਦੇ ਨਾਲ ਨਾਲ ਇਹ ਸਾਰੀਆਂ ਲੋੜਾਂ ਥੋੜਾਂ ਵੀ ਜਿਹੜੀਆਂ ਨੇ ਉਸ ਦੀਆਂ ਥੋੜ੍ਹੀਆਂ ਹੁੰਦੀਆਂ ਜਾ ਰਹੀਆਂ ਨੇ, ਮੁੱਕਦੀਆਂ ਜਾ ਰਹੀਆਂ ਨੇ, ਖ਼ਤਮ ਹੁੰਦੀਆਂ ਜਾ ਰਹੀਆਂ ਨੇ। ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਦੀ। ਕਿ ਵੇਲਾ ਜਿਹੜਾ ਹੈ ਉਹ ਜ਼ਿੰਦਗੀ ਤੇ ਕੀ ਵਸਾ ਹੈ, ਉਸਨੇ ਮੁੱਕ ਜਾਣਾ, ਖ਼ਤਮ ਹੋ ਜਾਣਾ ਹੈ। ਸਾਡੀ ਉਮਰ ਤੇ ਪਤਾਸਿਆਂ ਦਾ ਜਿਹੜੇ ਨਕਸ਼ ਵਾਂਗੇ ਜਿਹੜੀ ਥੋੜ੍ਹੀ ਦੇਰ ਵਾਸਤੇ ਆਈ, ਤੇ ਉਸਨੇ ਹਮੇਸ਼ਾ ਵਾਸਤੇ ਮੁੱਕ ਜਾਣਾ ਹੈ, ਉਸਨੇ ख़त्म हो जाना है, तो वह हमेशा वास्ते नहीं रहनी। यानी हमेशा वास्ते जी जिंदगी है वो हो रहे सदा ना छुपे पा मुहम्मद, रल मिल बहना संगियां हमेशा जिहड़ा है वो मित्रां दे नाल सहेलियां दे नाल वो हमेशा वास्ते नहीं रहना। इहदे विच जिथे रल के पूनियां कतन दी रीत जिहड़ी है दसी गई, उत्थे दोस्तां दे नाल मुहब्बतां ते प्यारां दी भी गल होई गई, नाल नाल मौत दी ते अगले जहान दी हकीकत नूं भी दस्सिया गया कि अगला जिहड़ा जहान है उस पासे इंसान ने तुर जाना है और वही जिंदगी हमेशा वास्ते उहदी होनी है और उहदे बाद उहदे बगैर इंसान दा कुछ भी नहीं होना। सदा नहीं
ਯਾਨੀ ਅਗਰ ਅਸੀਂ ਇਸ ਬੰਦ ਨੂੰ ਥੋੜ੍ਹਾ ਜਿਹਾ ਮੁਖਤਸਰ ਅੰਦਾਜ਼ 'ਚ ਵੇਖੀਏ ਤੇ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਵਾਸਤੇ ਬਾਜ਼ਾਰਾਂ 'ਚ ਸ਼ੈਵਾਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਵੇਲਾ ਮੁੱਕ ਜਾਂਦਾ ਹੈ ਔਰ ਸੋ ਜਿਹੜੀਆਂ ਸ਼ੈਵਾਂ ਹੈ ਉਹ ਵੀ ਮੁੱਕ ਜਾਣੀਆਂ ਨੇ। ਇਨਸਾਨ ਵੀ ਖ਼ਤਮ ਹੋ ਜਾਣਾ ਹੈ, ਇਨਸਾਨ ਨੇ ਵੀ ਮਰ ਮਿਟ ਜਾਣਾ ਹੈ, ਇਨਸਾਨ ਨੇ ਵੀ ਹਮੇਸ਼ਾ ਵਾਸਤੇ ਇਸ ਦੁਨੀਆ ਦੇ ਵਿੱਚ ਨਹੀਂ ਰਹਿਣਾ। ਕੀ ਜੀਵਨ ਤੇ ਕੀ ਜੀਵਨ ਦੇ ਹੀਲੇ ਨੇ, ਜਿੱਧਰ ਵੇਖੋ ਜੁੱਸੇ ਨੀਲੇ ਪੀਲੇ ਨੇ, ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀ ਲਹਿਰਾਂ। ਕਿ ਜਵਾਨੀ ਵਾਲੀ ਜਿਹੜੀ ਮੌਜ ਹੈ ਉਹ ਵੀ ਹਮੇਸ਼ਾ ਵਾਸਤੇ ਨਹੀਂ ਰਹਿਣੀ। ਇਹਦੇ ਵਿੱਚ ਇੱਕ ਸ਼ੇਰ ਹੈ ਜਿਹੜਾ ਤੁਸੀਂ ਲਾਜ਼ਮੀ ਤਸ਼ਰੀਹ ਵਾਸਤੇ ਲਿਖ ਲੈਣਾ, ਉਸ ਨੂੰ ਹਵਾਲੇ ਦੇ ਤੌਰ 'ਤੇ ਵਰਤਣਾ। ਸੋ ਸੋ ਜੋੜ ਸੰਗਤ ਦੇ ਵੇਖੇ, ਆਖਰ ਵਿਥਾਂ ਪਈਆਂ। ਸੋ ਸੋ ਜੋੜ ਸੰਗਤ ਦੇ ਵੇਖੇ, ਆਖਰ ਵਿਥਾਂ ਪਈਆਂ। ਬਾਝੋਂ ਜਿਨ੍ਹਾਂ ਦੇ ਪਲ ਨਹੀਂ ਸੀ ਲੰਘਦਾ, ਉਹ ਸ਼ਕਲਾਂ ਵੀ ਭੁੱਲ ਗਈਆਂ। ਬਾਝੋਂ ਜਿਨ੍ਹਾਂ ਦੇ ਪਲ ਨਹੀਂ ਸੀ ਲੰਘਦਾ, ਉਹ ਸ਼ਕਲਾਂ ਵੀ ਭੁੱਲ ਗਈਆਂ। ਕਿ ਜਿਵੇਂ ਜਿਵੇਂ ਰਸਦ ਮੁੱਕਦੀ ਜਾਂਦੀ ਏ, ਉਸੇ ਤਰ੍ਹਾਂ ਹੀ ਸ਼ੈਵਾਂ ਵੀ ਮੁੱਕਦੀਆਂ ਜਾ ਰਹੀਆਂ ਨੇ, ਖ਼ਤਮ ਹੁੰਦੀਆਂ ਜਾ ਰਹੀਆਂ ਨੇ। ਇਕਨੋਮਿਕਸ ਦੇ ਟੂਲ ਦੇ ਹਵਾਲੇ ਨਾਲ ਤੁਹਾਨੂੰ ਜੇ ਦੱਸਾਂ ਕਿ ਜਦੋਂ ਤੁਸੀਂ ਇੱਕ ਬੰਦਾ ਹੈ ਬੜਾ ਧਰਿਆਇਆ ਬਾਹਰੋਂ ਆਇਆ ਅਤੇ ਉਹਨੂੰ ਤੁਸੀਂ ਇੱਕ ਗਲਾਸ ਸ਼ਰਬਤ ਦਾ ਦਿੱਤਾ, ਉਸਨੇ ਪੀ ਲਿਆ। ਜਦੋਂ ਉਸਨੇ ਇੱਕ ਸ਼ਰਬਤ ਦਾ ਗਲਾਸ ਪੀ ਲਿਆ ਅਤੇ ਇਸ ਸ਼ਰਬਤ ਦਾ ਅਸੀਂ ਅਫਾਦਾ ਨੋਟ ਕੀਤਾ 100, ਅਤੇ ਜਿਹੜਾ ਅਗਲਾ ਗਲਾਸ ਉਹਨੇ ਪੀਏਗਾ ਦੂਸਰਾ, ਅਤੇ ਉਹਦਾ ਅਫਾਦਾ ਜਿਹੜਾ ਹੋਏਗਾ 90। ਤੀਜਾ ਗਲਾਸ ਦਾ ਅਫਾਦਾ 70, ਕਿਉਂਕਿ ਉਹਦੀ ਤਲਬ ਮੁੱਕ ਗਈ ਸੀ ਔਰ ਉਹਦਾ ਅਫਾਦਾ ਮੁਖਤਤਮ ਜਿਹੜਾ ਅਫਾਦਾ ਜਿਹੜਾ ਹੈ ਉਹ ਘਟ ਗਿਆ। ਇਕਨੋਮਿਕਸ ਦੀ ਇਹ ਟਰਮਨੋਲੋਜੀ ਕਿ ਜਿਵੇਂ ਜਿਵੇਂ ਹੀ ਚੀਜ਼ ਰਸਦ ਅਤੇ ਤਲਬ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ, ਯਾਨੀ ਰਸਦ ਅਤੇ ਤਲਬ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ। ਗਰਮੀਆਂ ਦੇ ਵਿੱਚ ਸਾਨੂੰ ਬਰਫ਼ ਦੀ ਬੇਤਹਾਸ਼ਾ ਤਲਬ ਹੈ, ਮੰਗ ਹੈ। ਸਰਦੀਆਂ ਦੇ ਵਿੱਚ ਉਹ ਤਲਬ ਅਤੇ ਮੰਗ ਜਿਹੜੀ ਹੈ ਉਹ ਮੁੱਕ ਜਾਂਦੀ, ਉਹ ਮਿਟ ਜਾਂਦੀ ਹੈ। ਇਸੇ ਤਰ੍ਹਾਂ ਵੇਲੇ ਦੇ ਨਾਲ ਨਾਲ ਇਨਸਾਨੀ ਹਯਾਤੀ ਦੀਆਂ ਲੋੜਾਂ ਥੋੜ੍ਹਾਂ ਵੀ ਮੁੱਕ ਜਾਂਦੀਆਂ ਨੇ, ਮਿਟ ਜਾਂਦੀਆਂ ਨੇ, ਘਟ ਜਾਂਦੀਆਂ ਨੇ, ਖ਼ਤਮ ਹੋ ਜਾਂਦੀਆਂ ਨੇ। ਕਿ ਹਮੇਸ਼ਾ ਵਾਸਤੇ ਇੱਕੋ ਜਿਹੇ ਹਾਲਾਤ ਨਹੀਂ ਰਹਿੰਦੇ। ਇਹ ਹਾਲਾਤ ਹੀ ਨੇ ਜਿਹੜੇ ਇਨਸਾਨ ਦੇ ਵੀਣੀਆਂ ਤੋਂ ਕੰਗਣ ਲਿਜਾ ਕੇ ਉਸ ਨੂੰ ਝੁਰੀਆਂ ਦੇ ਜਾਂਦੇ ਨੇ, ਉਸ ਨੂੰ ਕਮਜ਼ੋਰੀ ਦੇ ਜਾਂਦੇ ਨੇ। ਇੱਕ ਐਸਾ ਵੇਲਾ ਵੀ ਹੁੰਦਾ ਹੈ ਕਿ ਜਦੋਂ ਕਸੁੰਨ ਮਾਰ ਕੇ ਜਿਹੜਾ ਇਹਨੇ ਉਹ ਪੰਜਾਬ ਦਾ ਗੱਭਰੂ ਮੱਝ ਜਿਹੜੀ ਹੈ ਉਹ ਮਾਰ ਦਿੰਦਾ ਹੈ, ਅਤੇ ਕਦੀ ਐਸਾ ਵੇਲਾ ਵੀ ਹੁੰਦਾ ਹੈ ਕਿ ਉਹ ਆਪ ਵੀ ਇੱਕ ਗਲਾਸ ਪਾਣੀ ਵੀ ਨਹੀਂ ਪੀ ਸਕਦਾ। ਇਹ ਹਮੇਸ਼ਾ ਵਾਸਤੇ ਨਹੀਂ ਰਹਿਣੀ, ਇਹ ਨਿਜ਼ਾਮੇ ਕੁਦਰਤ ਹੈ ਕਿ ਉਸਨੇ ਮੁਕਾ ਦੇਣਾ। ਉਸਨੇ ਇਨਸਾਨੀ ਹਯਾਤੀ ਜਿਹੜੀ ਹੈ ਉਹ ਮੁੱਕਦੀ ਜਾ ਰਹੀ ਹੈ, ਉਹ ਖ਼ਤਮ ਹੁੰਦੀ ਜਾ ਰਹੀ ਹੈ। ਉਸਨੇ ਹਰ ਵੇਲੇ ਦੇ ਨਾਲ ਨਾਲ ਜਿਹੜਾ ਹੈ ਉਹਦੀ ਹਯਾਤੀ ਜਿਹੜੀ ਹੈ ਮੁੱਕਣ ਵਾਲੇ ਪਾਸੇ ਚੱਲਦੀ ਜਾ ਰਹੀ ਹੈ। ਜਿਵੇਂ ਤੁਹਾਨੂੰ ਪਹਿਲੇ ਵੀ ਤਨਵੀਰ ਬੁਖਾਰੀ ਦਾ ਸ਼ੇਰ ਜਿਹੜਾ ਦੱਸਿਆ ਕਿ ਜ਼ਿੰਦਗੀ ਕੀ ਹੈ ਜਿਵੇਂ ਕਿਰਾਏ ਦਾ ਮਕਾਨ, ਜ਼ਿੰਦਗੀ ਕੀ ਹੈ ਜਿਵੇਂ ਕਿਰਾਏ ਦਾ ਮਕਾਨ, ਜਿਸ ਵੇਲੇ ਜੀ ਕਰੇ ਮਾਲਕ ਲਵੇ ਖਾਲੀ ਕਰਾ। ਕਿ ਜਿਹੜੇ ਵੇਲੇ ਹੀ ਇਜ਼ਰਾਈਲ ਨੂੰ ਹੁਕਮ ਮਿਲੇ ਉਹ ਤੁਸੀਂ ਜਿੰਨੇ ਵੀ ਮਸਰੂਫ ਹੋ ਉਸ ਨੂੰ ਕੱਢ ਕੇ ਬਾਹਰ ਲੈ, ਉਸ ਨੂੰ ਖ਼ਤਮ ਕਰ ਦੇਵੇ, ਉਸ ਨੂੰ ਮੁਕਾ ਦੇਵੇ। ਕਿ ਨਹੀਂ ਕਿ ਜ਼ਿੰਦਗੀ ਜਿਹੜੀ ਹੈ ਆਰਜ਼ੀ ਹੈ, ਇਹ ਟਿਕਾਣਾ ਹਮੇਸ਼ਾ ਵਾਸਤੇ ਨਹੀਂ। ਇਸ ਲਈ ਉਸ ਟਿਕਾਣੇ ਵਾਸਤੇ ਵੀ ਕੁਛ ਕਰੋ ਜਿਸ ਨੇ ਹਮੇਸ਼ਾ ਹਮੇਸ਼ਾ ਰਹਿਣਾ ਹੈ। ਅਤੇ ਦੁਨੀਆ ਦੀ ਬੇਸਬਾਤੀ ਦਾ ਜਿਹੜਾ ਮੌਜੂ ਹੈ, ਸ਼ਾਇਰ ਨੇ ਇਸ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ। ਸਦਾ ਨਾ ਲਾਟ ਚਿਰਾਗਾਂ ਵਾਲੀ, ਸਦਾ ਨਾ ਸੋਜ਼ ਪਤੰਗਾਂ, ਸਦਾ ਉਡਾਰਾਂ ਨਾਲ ਕਤਾਰਾਂ, ਰਹਿਸਨ ਕਦ ਕੁਲੰਗਾ। ਕਹਿੰਦੇ ਕਿ ਨਾ ਹੀ ਚਿਰਾਗਾਂ ਵਾਲੀ ਲਾਟ ਹਮੇਸ਼ਾ ਰਹਿਣੀ, ਨਾ ਰੋਸ਼ਨੀ ਰਹਿਣੀ, ਨਾ ਖੂਬਸੂਰਤੀ ਰਹਿਣੀ, ਨਾ ਜਵਾਨੀ ਰਹਿਣੀ, ਨਾ ਮਸਤੀ ਰਹਿਣੀ, ਨਾ ਹੀ ਪਰਵਾਨਿਆਂ ਵਾਂਗੂ ਇਸ਼ਕ ਦਾ ਜਿਹੜਾ ਸਫ਼ਰ ਹੈ ਉਸੇ ਤਰ੍ਹਾਂ ਰਹਿਣਾ, ਨਾ ਹੀ ਸਦਾ ਉਡਾਰਾਂ ਨਾਲ ਕਤਾਰਾਂ, ਰਹਿਸਨ ਕਦ ਕੁਲੰਗਾ। ਕੁਲੰਗ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਮੁਟਿਆਲੇ ਰੰਗ ਦਾ ਪੰਛੀ ਹੁੰਦਾ ਹੈ, ਪਰਿੰਦਾ ਹੈ, ਪੰਛੀ ਬਰਡ ਪਰਿੰਦਾ, ਸਾਰਸ ਵਰਗਾ ਲੰਮੀ ਤੋਣ ਹੈ, ਜਿਹਨੂੰ ਅਸੀਂ ਆਮ ਲਫ਼ਜ਼ਾਂ 'ਚ ਕੂੰਜਾਂ ਵੀ ਕਹਿੰਦੇ ਹਾਂ। ਕੂੰਜ ਜਿਹੜੀ ਹੈ, ਕੂੰਜ ਵਰਗਾ ਇੱਕ ਪਰਿੰਦਾ, ਕਿ ਜਿਹੜੀਆਂ ਕੂੰਜਾਂ ਨੇ ਉਹਨਾਂ ਦਾ ਜਿਹੜਾ ਸਫ਼ਰ ਹੈ ਉਹ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈ। ਉਹਨਾਂ ਦੀਆਂ ਜਿਹੜੀਆਂ ਡਾਰਾਂ ਨੇ ਉਹ ਇੱਕ ਨਾ ਇੱਕ ਦਿਨ ਉੱਡਦਿਆਂ ਹੋਇਆਂ ਵਿਛੜ ਜਾਣਾ ਹੈ, ਮੁੱਕ ਜਾਣਾ, ਖ਼ਤਮ ਹੋ ਜਾਣਾ ਹੈ।
ਤੇ ਫਿਰ ਹਯਾਤੀ ਦੇ ਲੋਕ ਜਿਹੜੇ ਆਲੇ ਦੁਆਲੇ ਸਾਡੇ ਮੌਜੂਦ ਨੇ, ਸਾਡੇ ਪਿਆਰੇ, ਸਾਡੇ ਅੱਛੇ, ਉਹ ਸਾਡੇ ਮਰਨ ਦੇ 1 ਘੰਟੇ ਬਾਅਦ ਸਾਡਾ ਨਾਂ ਭੁੱਲ ਗਏ, ਸਿਰਫ ਮਈਅਤ ਸਾਨੂੰ ਕਹਿ ਦਿੰਦੇ ਨੇ। ਮਈਅਤ ਤਿਆਰ ਹੈ, ਮਈਅਤ ਅੰਦਰ ਪਈ ਹੈ, ਸਾਡਾ ਉਹਨਾਂ ਦਾ ਰਿਸ਼ਤਾ ਭਰਾ ਦਾ, ਪਿਓ ਦਾ, ਮਾਂ ਦਾ, ਉਹ ਸਾਰਾ ਇੱਕ ਲਮਹੇ ਬਾਅਦ ਮੁੱਕ ਜਾਂਦਾ ਹੈ। ਉਹ ਫਿਰ ਸੋਚ ਰਹੇ ਹੁੰਦੇ ਨੇ ਕਿ ਮਈਅਤ ਨੂੰ ਫਟਾਫਟ, ਕਿੰਨੇ ਕੁ ਤੁਸੀਂ ਜਨਾਜ਼ੇ ਵੇਖੇ ਕਿ ਜਿਹੜੇ ਆਪਣੇ ਘਰ ਉਹਨਾਂ ਨੇ ਰੱਖੇ ਹੋਣ 1 ਦਿਨ ਤੋਂ ਬਹੁਤਾ, ਬਹੁਤ ਹੀ ਜ਼ਿਆਦਾ ਕੋਈ ਵੇਲਾ ਹੋਇਆ ਕਿ ਕਿਸੇ ਨੇ ਬਾਹਰੋਂ ਆਉਣਾ ਜਾਂ ਸ਼ਹਿਰ ਤੋਂ ਦੂਜੇ ਪਾਸੇ, ਤੇ ਉਹਨੂੰ ਬਰਫ਼ ਲਾ ਕੇ ਰੱਖਿਆ, ਤੇ ਉਹਨੇ ਕਿਹਾ ਚਲੋ ਦੂਜੇ ਦਿਨ ਉਹਨੂੰ ਅਸੀਂ ਪਹੁੰਚਾ ਦਿੰਦੇ ਹਾਂ। ਨਹੀਂ ਤੇ ਜਿੰਨੀ ਜਲਦੀ ਹੁੰਦੀ ਹੈ ਕਹਿੰਦੇ ਕਿ ਇੱਥੇ ਇਹਨੂੰ ਕੱਢੋ। ਉਹੀ ਪਿਓ ਜਿਹੜਾ ਪੂਰੇ ਘਰ ਨੂੰ ਚਲਾ ਰਿਹਾ ਹੁੰਦਾ, ਉਹੀ ਭਰਾ, ਉਹੀ ਮਾਂ, ਉਹੀ ਭੈਣ, ਜਿਹੜੇ ਸਾਰੇ ਘਰ ਜਿਨ੍ਹਾਂ ਦੇ ਬਗੈਰ ਜੀਣ ਦਾ ਤਸੱਵੁਰ ਨਹੀਂ ਹੁੰਦਾ, ਮਰਨ ਤੋਂ ਬਾਅਦੋਂ ਉਹ ਸਿਰਫ ਇੱਕ ਮਈਅਤ ਰਹਿ ਜਾਂਦੀ ਹੈ। ਔਰ ਉਹਦਾ ਸਫ਼ਰ ਜਿਹੜਾ ਹੈ ਉਹ ਫਟਾਫਟ ਉਹਨੂੰ ਕਬਰ ਦੇ ਵਿੱਚ ਜਾ ਕੇ ਪਾਉਣ ਦਾ ਕੀਤਾ ਜਾਂਦਾ। ਉਹੀ ਪਿਆਰੇ, ਉਹੀ ਜਿਹੜੇ ਨੇ ਉਹ ਕਬਰ ਦੀਆਂ ਅਤੋਲਵੀਂ ਜਿਹੜੀ ਹੈ ਉਹ ਮਿੱਟੀ ਜਿਹੜੀ ਹੈ ਉਹਦੇ ਉੱਤੇ ਜਾ ਕੇ ਪਾ ਦਿੰਦੇ ਨੇ। ਸਦਾ ਨਹੀਂ ਹੱਥ ਮਹਿੰਦੀ ਰੱਤੇ, ਸਦਾ ਨਾ ਛਣਕਾ ਵੰਗਾਂ। ਹਮੇਸ਼ਾ ਵਾਸਤੇ ਨਾ ਹੀ ਵੰਗਾਂ ਛਣਕੀਆਂ ਨੇ, ਨਾ ਹੀ ਜਵਾਨੀ ਦੇ ਜਿਹੜੇ ਨੇ ਉਹ ਛੋਲੇ ਗਾਣੇ ਨੇ, ਨਾ ਹੀ ਜਵਾਨੀ ਦੇ ਜਿਹੜੇ ਗੀਤ ਜਿਹੜੇ ਨੇ ਹਮੇਸ਼ਾ ਗੁਨਗੁਨਾਉਂਦੇ ਰਹਿਣਾ ਹੈ, ਅਤੇ ਨਾ ਹੀ ਹਮੇਸ਼ਾ ਵੰਗਾਂ ਨੇ ਛਣਕਦਾ ਰਹਿਣਾ ਹੈ। ਇੱਕ ਨਾ ਇੱਕ ਦਿਨ ਧੌਲੇ ਚਿੱਟੇ ਹੋ ਜਾਣੇ ਨੇ, ਵਾਲ ਚਿੱਟੇ ਹੋ ਕੇ ਧੌਲੇ ਬਣ ਜਾਣੇ ਨੇ, ਹਯਾਤੀ ਦੀ ਜਿਹੜੇ ਨੇ ਚਿਹਰੇ ਜਿਹੜੇ ਨੇ ਉਹ ਬਦਲ ਜਾਣੇ ਨੇ, ਰੰਗ ਰੂਪ ਸਾਰੇ ਸਵਾਹ ਹੋ ਜਾਣੇ ਨੇ। ਜਿਵੇਂ ਜਦੋਂ ਲੇਡੀ ਡਿਆਨਾ ਬੇਤਹਾਸ਼ਾ ਖੂਬਸੂਰਤ ਸਵਾਣੀ, ਜਦੋਂ ਉਹਦੀ ਵਫਾਤ ਹੋਈ, ਤੇ ਉਸ ਵੇਲੇ ਕਿਸੇ ਨੇ ਜਿਹੜਾ ਸ਼ੇਰ ਲਿਖਿਆ ਸੀ ਉਹ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਨਕਸ਼ ਹੈ। ਹਾਏ ਇਹ ਪਰੀ ਚਿਹਰਾ ਲੋਗ, ਹਾਏ ਇਹ ਲੋਗ ਵੀ ਮਰ ਜਾਏਂਗੇ ਕਿਆ। ਕਿ ਜਿਹੜਾ ਖੂਬਸੂਰਤ ਤਰੀਨ ਜਿਹੜੀ ਇਹ ਹਸਤੀ ਹੈ, ਮਿਸ ਵਰਲਡ ਹੋਵੇ, ਮਿਸਟਰ ਵਰਲਡ ਹੋਵੇ, ਉਸ ਨੇ ਵੀ ਮਿਟ ਜਾਣਾ ਹੈ, ਉਸ ਨੇ ਵੀ ਮੁੱਕ ਜਾਣਾ ਹੈ। ਤੇ ਸਦਾ ਨਾ ਛੁਪੇ ਪਾ ਮੁਹੰਮਦ, ਰਲ ਮਿਲ ਬਹਿਣਾ ਸੰਗਾਂ। ਕਿ ਉਹ ਸੰਗਾਂ ਸੰਗਤ ਜਿਹੜੇ ਸੀ, ਜਿਹੜਾ ਸ਼ੇਰ ਤੁਹਾਨੂੰ ਮੈਂ ਦੱਸਿਆ ਸੀ, 100 ਜੋੜ ਸੰਗਤ ਦੇ ਵੇਖੇ, ਆਖਰ ਵਿਥਾਂ ਪਈਆਂ, ਬਾਝੋਂ ਜਿਨ੍ਹਾਂ ਦੇ ਪਲ ਨਹੀਂ ਸੀ ਲੰਘਦਾ, ਉਹ ਸ਼ਕਲਾਂ ਵੀ ਭੁੱਲ ਗਈਆਂ। ਕਿ ਜਿਨ੍ਹਾਂ ਦੇ ਬਗੈਰ ਪਲ ਨਹੀਂ ਸੀ, ਇੱਕ ਲਮਹਾ ਵੀ ਨਹੀਂ ਸੀ ਲੰਘਦਾ, ਉਹ ਸ਼ਕਲਾਂ ਵੀ ਜਿਹੜਾ ਹੈ ਉਹ ਭੁੱਲ ਗਈਆਂ। ਤੇ ਆਖਰੀ ਮਿਸਰਾ ਜਿਹੜਾ ਹੈ ਉਹ ਵਾਰਿਸ ਸ਼ਾਹ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਾਂਗਾ, ਉਹ ਯਾਦ ਕਰ ਲਵੋ, ਤੇ ਉਹ ਸ਼ੇਰ ਦੀ ਤਸ਼ਰੀਹ ਵਾਸਤੇ ਜ਼ਰੂਰ ਇਹਨੂੰ ਵਰਤਣਾ। ਵਾਰਿਸ ਸ਼ਾਹ ਸਰਾਂ ਦੀ ਰਾਤ ਵਾਂਗੂ, ਵਾਰਿਸ ਸ਼ਾਹ ਸਰਾਂ ਦੀ ਰਾਤ ਵਾਂਗੂ, ਦੁਨੀਆ ਖਾਬ ਖਿਆਲ ਹੀ ਜਾਣਿਆ ਜੇ। ਕਿ ਦੁਨੀਆ ਨੂੰ ਖਾਬ ਖਿਆਲ ਹੀ ਜਾਣੋ, ਇੱਥੇ ਦਿਲ ਨਾ ਲਾਓ, ਕਿਉਂਕਿ ਫਿਰ ਜਿਹੜੀ ਸ਼ੈ ਨਾਲ ਦਿਲ ਲਾਇਆ ਹੋਏ ਉੱਥੋਂ ਜਾਣ ਲੱਗਿਆ ਤਕਲੀਫ ਹੁੰਦੀ ਹੈ। ਤੇ ਉਹ ਤਕਲੀਫ ਜਿਹੜੀ ਹੈ ਇਨਸਾਨ ਦੇ ਜੀਵਨ ਨੂੰ ਬਹੁਤ ਹੀ ਔਖਾ ਕਰ ਦਿੰਦੀ ਹੈ। ਔਰ ਉਹ ਤਕਲੀਫ ਜਿਹੜੀ ਹੈ ਇਨਸਾਨ ਨੂੰ ਇਸ ਦੁਨੀਆ ਤੋਂ ਜਾਵਣ ਲਈ ਬਹੁਤ ਮਜਬੂਰ ਕਰਨ ਦਿੰਦੀ ਹੈ। ਤੇ ਉਹ ਤਕਲੀਫ ਮਜਬੂਰ ਕਿਵੇਂ ਕਰਦੀ ਹੈ ਕਿ ਉਹ ਇਨਸਾਨ ਆਪਣੇ ਰੱਬ ਦੇ ਅੱਗੇ ਤੇ ਉਹਦਾ ਵੱਸ ਕੋਈ ਨਹੀਂ ਚੱਲਦਾ, ਔਰ ਫਿਰ ਉਹ ਮਜਬੂਰੀ ਦੇ ਨਾਲ ਇਹ ਦੁਨੀਆ ਨੂੰ ਛੱਡ ਰਿਹਾ ਹੁੰਦਾ ਹੈ। ਤੇ ਉਹਦੀ ਅੱਖਾਂ ਵਿੱਚ ਕਿੰਨੇ ਖਾਬ ਉਹਦੇ ਨਾਲ ਜਿਹੜੇ ਨੇ ਉਹ ਟੁਰ ਜਾਂਦੇ ਨੇ, ਤੇ ਉਹਨਾਂ ਅੱਖਾਂ ਦੇ ਉੱਤੇ ਮਿੱਟੀ ਦਾ ਢੇਰ ਜਿਹੜਾ ਹੈ ਉਹ ਲੱਗ ਜਾਂਦਾ ਹੈ। ਦੂਸਰਾ ਬੰਦ ਜਿਹੜਾ ਹੈ ਉਹ ਅਸੀਂ ਹੁਣ ਅਗਲਾ ਪੜ੍ਹਨੇ ਆ। ਹੁਸਨ ਮਹਿਮਾਨ ਨਹੀਂ ਘਰ ਬਾਰੀ, ਕੀ ਉਸਦਾ ਫਰਮਾਣਾ, ਰਾਤੀ ਲੱਥਾ ਆਨ ਸਤੋਈ, ਫਜਰੀ ਕੂਚ ਬੁਲਾਣਾ, ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਵੀ ਸਾਥ ਲਦਾਣਾ। ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਵੀ ਸਾਥ ਲਦਾਣਾ, ਹੱਥ ਨਾ ਆਵੇ ਫੇਰ ਮੁਹੰਮਦ, ਜਾਂ ਐ ਵਕਤ ਵਹਾਣਾ। ਦੋ ਬੰਦ ਜਿਹੜੇ ਅਸੀਂ ਅੱਜ ਦੂਸਰਾ ਬੰਦ ਜਿਹੜਾ ਦੇਖ ਰਹੇ ਹਾਂ, ਇਹਦੇ ਵਿੱਚ ਵੀ ਮੌਜ਼ੂ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਉਹੀ ਹੈ ਜਿਹੜਾ ਪਹਿਲੇ ਬੰਦ ਦੇ ਵਿੱਚ ਸੀ, ਪਰ ਇਸ ਬੰਦ ਦੇ ਵਿੱਚ ਹੁਸਨ ਜਿਹੜਾ ਹੈ ਉਸ ਨੂੰ ਵੀ ਮੌਜ਼ੂ ਬਣਾਇਆ ਗਿਆ ਹੈ। ਹੁਸਨ ਆਰਜ਼ੀ ਹੈ, ਉਹ ਸਾਡਾ ਇਨਸਾਨ ਦਾ ਹੁਸਨ ਹੈ, ਉਹ ਆਲ ਦੁਆਲੇ ਦਾ ਹੁਸਨ ਹੈ, ਉਹ ਦੁਨੀਆਦਾਰੀ ਦਾ ਹੁਸਨ ਹੈ,
ਉਹ ਦੁਨੀਆ ਦੇ ਰੌਣਕਾਂ, ਦੁਨੀਆ ਦੀਆਂ ਮਸਤੀਆਂ ਦਾ ਹੁਸਨ ਹੈ। ਮੀਆਂ ਮੁਹੰਮਦ ਬਖਸ਼ ਕਹਿ ਰਿਹਾ ਹੈ ਕਿ ਉਹ ਸਾਰਾ ਆਰਜ਼ੀ ਹੁਸਨ। ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਮੀਆਂ ਮੁਹੰਮਦ ਬਖਸ਼ ਦਾ ਜਿਹੜਾ ਵੇਲਾ ਸੀ, ਉਹ ਵੇਲਾ ਸੀ ਅੰਗਰੇਜ਼ ਦੌਰ ਇੱਥੇ ਆ ਗਿਆ। ਅੰਗਰੇਜ਼ ਦੌਰ ਦੇ ਆਉਣ ਨਾਲ ਜਿਹੜਾ ਪੰਜਾਬੀ ਪੜ੍ਹਨਹਾਰ ਦੇ ਉੱਤੇ, ਪੰਜਾਬੀ ਰੀਡਰ ਜਿਹੜਾ ਹੈ, ਉਹ ਵੀ ਮੁਤਾਸਰ ਹੋਇਆ। ਕਿਉਂ? ਜੇ ਉਸਨੇ ਓਪਰੀ ਜ਼ੁਬਾਨ ਜਿਹੜੀ ਹੈ ਇਸ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ, ਅਤੇ ਪੰਜਾਬੀ ਪੜ੍ਹਨ ਵਾਲਾ ਜਿਹੜਾ ਸੀ ਉਹ ਉਸ ਠੇਠ, ਉਸ ਠੁਕਵੀਂ ਜ਼ੁਬਾਨ ਦੀ ਬਜਾਏ ਉਹ ਸਾਦਗੀ ਅਤੇ ਸਲਾਸਤ ਵਾਲੇ ਪਾਸੇ ਔਰ ਆਸਾਨ ਜ਼ੁਬਾਨ ਦੇ ਚੱਕਰ ਵਿੱਚ ਸੀ। ਔਰ ਮੀਆਂ ਮੁਹੰਮਦ ਬਖਸ਼ ਵਰਗਾ ਸ਼ਾਇਰ ਜਿਹੜਾ ਉਹ ਸਮਝਦਾ ਸੀ ਕਿ ਹੁਣ ਜਿਹੜਾ ਕਾਰੀ ਹੈ ਉਸ ਨੂੰ ਅਜਿਹਾ ਕਿੱਸਾ ਸੁਣਾਇਆ ਜਾਏ ਜਿਹਦੇ ਵਿੱਚ ਆਸਾਨ ਜ਼ੁਬਾਨ ਵਰਤੀ ਜਾਏ, ਔਰ ਉਹਨਾਂ ਨੇ ਆਪਣੀ ਲੋਕੇਲ ਤੋਂ, ਆਪਣੇ ਆਲ ਦੁਆਲ ਤੋਂ, ਆਪਣੇ ਮੁਕਾਮੀ ਲੋਕਾਂ ਤੋਂ ਜਿਹੜੀ ਜ਼ੁਬਾਨ ਜਿਹੜੀ ਲਈ, ਜਿਹੜਾ ਉਹ ਵਰਤਾਰਾ ਲਿਆ, ਜਿਹੜੀ ਜ਼ੁਬਾਨ ਦਾ ਬਿਆਨ ਲਿਆ, ਜਿਹੜਾ ਫਲਸਫਾ ਲਿਆ, ਉਹ ਆਪਣੇ ਆਲ ਦੁਆਲੇ ਤੋਂ ਲਿਆ, ਆਪਣੇ ਵਸੇਬ ਤੋਂ ਲਿਆ, ਆਪਣੇ ਸਮਾਜ ਤੋਂ ਲਿਆ, ਜਿਸ ਕਰਕੇ ਉਹ ਆਸਾਨੀ ਦੇ ਨਾਲ ਸਮਝ ਆ ਜਾਂਦਾ ਹੈ। ਹੁਸਨ ਮਹਿਮਾਨੀ ਕਾਰੋਬਾਰੀ ਕੀ ਹੁਸਨ ਕਾਰੋਬਾਰ 'ਚ, ਜਿਵੇਂ ਕਾਰੋਬਾਰ 'ਚ ਕਰਨਾ, ਜਿਵੇਂ ਘਰ ਦੇ ਵਿੱਚ ਦਾਖਲ ਹੋਣਾ, ਘਰ ਦੇ ਮਾਲਕ। ਹੁਸਨ ਮਹਿਮਾਨੀ ਕਾਰੋਬਾਰੀ ਕੀ ਉਸਦਾ ਫਰਮਾਨ, ਕਹਿੰਦਾ ਉਹਦੇ ਉੱਤੇ ਕੀ ਮਾਣ ਕਰਨਾ। ਜਿਹੜਾ ਹੁਸਨ ਹੈ, ਜਿਹੜੀ ਜਵਾਨੀ, ਜਿਹੜੀ ਖੂਬਸੂਰਤੀ ਹੈ, ਜਿਹੜਾ ਸੁਹੱਪਨ ਹੈ, ਜਿਹੜਾ ਸੋਹਣਾਪਨ ਹੈ, ਉਹਦੇ 'ਤੇ ਕੀ ਮਾਣ ਕਰਨਾ। ਇਹ ਤੇ ਆਰਜ਼ੀ ਸ਼ੈਵਾਂ ਨੇ। ਯਾਨੀ ਇਨਸਾਨੀ ਹੁਸਨ ਹੈ, ਜਿਹੜਾ ਇਨਸਾਨੀ ਜਿਹੜਾ ਹੈ ਉਹ ਖੂਬਸੂਰਤੀ ਹੈ, ਉਹ ਜਿਹੜਾ ਉਹ ਆਰਜ਼ੀ ਹੈ। ਸਾਈਂ ਅਬਦੁਲ ਗਫੂਰ ਇਨਸਾਨੀ ਖੂਬਸੂਰਤੀ ਦੇ ਹਵਾਲੇ ਨਾਲ ਇੱਕ ਸ਼ੇਰ ਕਹਿੰਦੇ ਨੇ, ਇੱਕ ਸੋਹਣਾ ਮੇਰੇ ਸ਼ਹਿਰ ਵਿੱਚ ਕਿੰਜ ਦਾ ਤਮਾਸ਼ਾ ਕਰ ਗਿਆ। ਇੱਕ ਸੋਹਣਾ ਮੇਰੇ ਸ਼ਹਿਰ ਵਿੱਚ ਕਿੰਜ ਦਾ ਤਮਾਸ਼ਾ ਕਰ ਗਿਆ, ਜੋ ਮਰ ਰਿਹਾ ਸੀ ਜੀ ਪਿਆ, ਜੋ ਜੀ ਰਿਹਾ ਸੀ ਮਰ ਗਿਆ। ਜੋ ਮਰ ਰਿਹਾ ਸੀ ਜੀ ਪਿਆ, ਜੋ ਜੀ ਰਿਹਾ ਸੀ ਮਰ ਗਿਆ। ਕਿ ਜਿਹੜੀ ਖੂਬਸੂਰਤੀ ਸੀ, ਜਿਹੜਾ ਹੁਸਨ ਸੀ, ਉਹ ਸਾਰਾ ਮਿਟ ਗਿਆ, ਉਹ ਖ਼ਤਮ ਹੋ ਗਿਆ, ਉਹਨੇ ਖ਼ਤਮ ਹੋ ਜਾਣਾ ਹੈ। ਇਹ ਹੁਸਨ ਉਹ ਹੁਸਨ ਜਿਹੜਾ ਤਾਰਿਕ ਅਜ਼ੀਜ਼ ਹੋਰਾਂ ਨੇ ਆਪਣੀ ਕਿਤਾਬ ਹਮਜ਼ਾਦ ਦਾ ਦੁੱਖ ਵਿੱਚ ਵੀ ਇੱਕ ਛੋਟੀ ਜਿਹੀ ਨਜ਼ਮ ਉਹਨਾਂ ਨੇ ਲਿਖੀ, ਜਿਹੜੀ ਨਜ਼ਮ ਸੀ ਮੇਰੇ ਦੁਸ਼ਮਣ ਦੀ ਪਛਾਣ। ਖਾਬਾਂ ਵਰਗੀ ਅੱਖ ਹੋਵੇਗੀ ਅਲਫ ਹੁਸੈਨੀ ਨੱਕ, ਖਾਬਾਂ ਵਰਗੀ ਅੱਖ ਹੋਵੇਗੀ ਅਲਫ ਹੁਸੈਨੀ ਨੱਕ, ਉੱਚਾ ਉੱਚਾ ਕੱਦ ਹੋਵੇਗਾ ਚੀਤੇ ਵਰਗਾ ਲੱਕ। ਇਹ ਸੀ ਜ਼ਾਹਿਰੀ ਹੁਸਨ। ਕਹਿੰਦਾ ਕਿ ਅਜਿਹਾ ਹੁਸਨ ਵੀ, ਮੀਆਂ ਮੁਹੰਮਦ ਬਖਸ਼ ਕਹਿ ਰਹੇ ਨੇ, ਅਜਿਹਾ ਹੁਸਨ ਵੀ ਮਿਟ ਜਾਣਾ ਹੈ, ਅਜਿਹਾ ਹੁਸਨ ਵੀ ਮਰ ਜਾਣਾ ਹੈ, ਜਿਹਦੀਆਂ ਤਮਸੀਲਾਂ ਦਿੱਤੀਆਂ ਜਾ ਰਹੀਆਂ, ਜਿਹਦੀਆਂ ਖੂਬਸੂਰਤੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ, ਜਿਵੇਂ ਸਾਈਂ ਅਬਦੁਲ ਗਫੂਰ ਨੇ ਕਿਹਾ ਕਿ ਜਿਵੇਂ ਇੱਕ ਐਸਾ ਹੁਸਨ ਜਿਹੜਾ ਜੀਣ ਵਾਲਿਆਂ ਨੂੰ ਮਾਰ ਗਿਆ ਅਤੇ ਮਾਰਨ ਵਾਲਿਆਂ ਨੂੰ ਜੀ ਪਿਆ, ਇਹਨੇ ਵੀ ਮਿਟ ਜਾਣਾ, ਇਸਨੇ ਵੀ ਖ਼ਤਮ ਹੋ ਜਾਣਾ ਹੈ। ਇਸ ਦਾ ਕੀ ਹੈ? ਰਾਤੀ ਲੱਥਾ, ਰਾਤ ਨੂੰ ਉਹ ਆਇਆ ਹੈ, ਡੇਰਾ ਪਾਇਆ ਹੈ। ਯਾਨੀ ਕਿ ਬਹੁਤ ਦੂਰੋਂ ਕਿਤੋਂ ਕੂਚ ਕਰਕੇ ਉਹ ਆਇਆ, ਕਿਤਨੋਂ ਸਫ਼ਰ ਪੈਂਡਾ ਕਰਕੇ ਉਹ ਆਇਆ। ਸਤੋਈ ਉਸਨੇ ਆਰਾਮ ਕੀਤਾ, ਥੋੜ੍ਹੀ ਦੇਰ ਠਹਿਰਿਆ, ਥੋੜ੍ਹੀ ਦੇਰ ਖਾਬ ਖਿਆਲ ਵਾਂਗੂ ਉਹ ਠਹਿਰਿਆ, ਅਤੇ ਫਜਰੀ ਜਦੋਂ ਸੂਰਜ ਦੀ ਪਹਿਲੀ ਕਿਰਨ ਨਿਕਲੀ, ਉਹ ਫੁੱਟੀ, ਅਤੇ ਉਹ ਕੂਚ ਬੁਲਾਣਾ ਉਹ ਨਿਕਲ ਗਿਆ, ਉਹ ਚਲਾ ਗਿਆ, ਖ਼ਤਮ ਹੋ ਗਿਆ। ਇਨਸਾਨ ਜਿਹੜਾ ਹੈ ਉਸ ਦਾ ਜੀਵਨ ਦਿਨ ਤੇ ਰਾਤ ਵਾਂਗੂ, ਦਿਨ ਤੇ ਖਾਬ ਵਾਂਗੂ ਹੈ, ਰਾਤ ਤੇ ਖਾਬ ਵਾਂਗੂ ਹੈ। ਤੁਹਾਨੂੰ ਤੁਹਾਡੇ ਜੀਵਨ ਦਾ ਜਿਹੜਾ ਸਫ਼ਰ ਹੈ ਉਹ ਕੀ ਲੱਗਦਾ ਹੈ? ਆਸਾਨ ਲਫ਼ਜ਼ਾਂ 'ਚ ਵੇਖੋ, ਇਸ ਵੇਲੇ ਇੰਟਰਮੀਡੀਏਟ ਦੇ ਸਟੂਡੈਂਟ ਹੋ ਤੁਸੀਂ, ਸੈਕਿੰਡ ਈਅਰ ਦੇ ਵਿੱਚ ਹੋ, ਘੱਟ ਤੋਂ ਘੱਟ ਵੀ ਤੁਹਾਡੀ ਉਮਰ 18 ਸਾਲ ਹੋਏਗੀ। ਤੁਸੀਂ ਪਿਛਲੇ 15 ਵਰ੍ਹਿਆਂ ਨੂੰ ਵੇਖੋ, ਕਿੰਨੀ ਦੇਰ ਲੱਗਦੀ ਹੈ? ਇੱਕ ਲਮਹਾ ਲੱਗਦਾ ਹੈ ਨਾ, ਕਿ ਇੱਕ ਲਮਹੇ ਤੋਂ ਵੱਧ ਨਹੀਂ ਹੈ ਕੁਛ।
ਇਸੇ ਤਰ੍ਹਾਂ 100 ਸਾਲ ਜੀਵਨ ਤੋਂ ਬਾਅਦ ਵੀ ਤੁਸੀਂ ਇਸ ਜ਼ਿੰਦਗੀ ਨੂੰ ਇੱਕ ਲਮਹੇ ਤੋਂ ਵੱਧ ਨਹੀਂ ਸਮਝ ਸਕਦੇ, ਔਰ ਇੰਝ ਹੀ ਲੱਗੇਗਾ ਕਿ ਜਿਵੇਂ ਰਾਤੀ ਲਥਾਂਸ ਤੋਂ ਹੀ ਫਜਰੀ ਕੂਚ। ਇੱਕ ਰਾਤ ਬਹੁਤ ਵੱਡਾ ਹੈ, ਇੱਕ ਰਾਤ ਦੇ ਵਿੱਚ ਕਈ ਪਹਿਰ ਨੇ, ਕਹਿੰਦੇ ਉਹ ਰਾਤ ਦੇ ਜਿਹੜੇ ਪਹਿਰ ਵਾਂਗੂ ਲੱਗਦਾ, ਉਹ ਖਤਮ ਹੋ ਜਾਣਾ, ਮਿਟ ਜਾਣਾ ਹੈ, ਮੁੱਕ ਜਾਣਾ ਹੈ। ਯਾਨੀ ਕਿ ਉਸ ਦਾ ਜੀਵਨ ਬਹੁਤ ਆਰਜ਼ੀ ਹੈ। ਉਸ ਨੇ ਜੀਵਨ ਦੇ ਵਿੱਚ ਜਿਹੜੀਆਂ ਖੂਬਸੂਰਤੀਆਂ ਨੇ, ਇਨਸਾਨੀ ਜਿਸਮ ਦੀ ਜਿਹੜੀ ਤਾਕਤ ਹੈ, ਇਨਸਾਨੀ ਜਿਸਮ ਦਾ ਜਿਹੜਾ ਸੁਹੱਪਨ ਹੈ, ਇਨਸਾਨੀ ਜਿਸਮ ਦੀ ਜਿਹੜੀ ਖੂਬਸੂਰਤੀ ਹੈ, ਉਸ ਨੇ ਮੁੱਕਣਾ ਹੈ, ਢਲਣਾ ਹੈ। ਉਹ ਜਵਾਨੀ ਬੁਢਾਪੇ 'ਚ, ਬੁਢਾਪਾ ਕਮਜ਼ੋਰੀ 'ਚ, ਕਮਜ਼ੋਰੀ ਮੌਤ 'ਚ, ਮੌਤ ਜਿਹੜੀ ਹੈ ਉਹ ਵਸਲ 'ਚ, ਅਤੇ ਵਸਲ ਫਿਰ ਖੁਦਾ ਦੇ ਨਾਲ ਜਾ ਕੇ ਜੋੜ ਦਿੰਦਾ ਹੈ। ਕਿ ਮੁਸਾਫਰ ਮੰਜ਼ਲ 'ਤੇ ਰਾਤ ਬਸਰ ਕਰਕੇ ਅਗਲੇ ਦਿਨ ਜਦੋਂ ਉਹਨੂੰ ਚੜ੍ਹਨਾ ਹੈ, ਉਹ ਦਿਨ ਜਿਹੜਾ ਚੜ੍ਹਨਾ ਹੈ ਉਹ ਕਬਰ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ, ਜਦੋਂ ਰੋਜ਼ੇ ਹਸ਼ਰ ਦੇ ਵਿੱਚ ਉਹਨੂੰ ਉਠਾਇਆ ਜਾਏਗਾ, ਉਹਨੂੰ ਜਦੋਂ ਜਗਾਇਆ ਜਾਏਗਾ ਅਤੇ ਉਹਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਏਗੀ। ਅਤੇ ਹੁਣ ਤਾਂ ਉਹਦੇ ਕੋਲ ਫਜਰੀ ਕੂਚ ਬੁਲਾਉਣਾ, ਕਿ ਜਦੋਂ ਫਜਰ ਨੂੰ ਜਦੋਂ ਵੇਲਾ ਆਉਣਾ ਹੈ, ਉਸ ਨੂੰ ਜਦੋਂ ਦਿਨ ਚੜ੍ਹਨਾ ਹੈ, ਉਹ ਜਦੋਂ ਉਸ 'ਤੇ ਆਸ਼ਕਾਰ ਹੋਣੀਆਂ ਨੇ ਚੀਜ਼ਾਂ, ਅਤੇ ਫਿਰ ਮਾਜ਼ੀ ਦੇ ਜਿਹੜੇ ਮੰਜ਼ਰ ਨੇ ਉਹ ਇੱਕ ਲਮਹੇ ਤੋਂ ਵੱਧ ਨਹੀਂ ਲੱਗਣੇ, ਉਸ ਨੇ ਖ਼ਤਮ ਹੋ ਜਾਣਾ ਹੈ, ਉਸ ਨੇ ਮਿਟ ਜਾਣਾ ਹੈ, ਉਸ ਨੇ ਹਮੇਸ਼ਾ ਵਾਸਤੇ ਨਹੀਂ ਰਹਿਣਾ। ਬਾਬਾ ਫਰੀਦ ਦਾ ਇੱਕ ਸ਼ੇਰ ਹੁਸਨ ਦੇ ਹਵਾਲੇ ਨਾਲ, ਬਹੁਤ ਹੀ ਕਮਾਲ ਦਾ ਸ਼ੇਰ, ਜਿਹੜਾ ਤੁਹਾਨੂੰ ਹਮੇਸ਼ਾ ਯਾਦ ਵੀ ਰਹੇਗਾ ਔਰ ਤੁਹਾਨੂੰ ਦੱਸੇਗਾ ਕਿ ਜ਼ਿੰਦਗੀ ਜਿਹੜੀ ਉਹ ਕਿਵੇਂ ਹੈ। ਫਰੀਦਾ ਜਿਨ ਲੋਇਨ ਜਗ ਮੋਇਆ, ਸੋ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿੰਦੀਆਂ, ਸੋ ਲੋਇਨ ਸੇ ਬਿਠ। ਕਿ ਉਹ ਅੱਖਾਂ ਵੇਖੀਆਂ ਜਿਹਦੇ ਵਿੱਚ ਕੱਜਲ ਦੀਆਂ ਧਾਰੀਆਂ ਵੀ ਜਿਹੜੀਆਂ ਸਹਿਣੀਆਂ ਔਖੀਆਂ ਸਨ, ਉਹ ਅੱਖਾਂ ਮੌਤ ਤੋਂ ਬਾਅਦ ਮੈਂ ਵੇਖੀਆਂ ਕਿ ਪੰਛੀਆਂ ਨੇ ਉਹਨਾਂ ਦੇ ਵਿੱਚ ਬਿੱਠਾਂ ਕੀਤੀਆਂ ਹੋਈਆਂ ਨੇ। ਉਹ ਪੰਛੀ ਜਿਹੜੇ ਨੇ ਉਹਨਾਂ ਦੇ ਵਿੱਚ ਬਿੱਠਾਂ ਕਰ ਰਹੇ ਨੇ, ਉਹ ਖ਼ਤਮ ਹੋ ਰਹੀਆਂ ਨੇ। ਉਹ ਆਉਣੀ ਜਾਵਣੀ ਜਿਹੜੀ ਸ਼ੈ ਹੈ, ਉਹ ਗਰੂਰ ਜਿਹੜਾ ਹੁਸਨ ਦਾ ਸੀ, ਉਹ ਸਭ ਮਿਟ ਗਿਆ, ਉਹ ਸਭ ਖ਼ਤਮ ਹੋ ਗਿਆ, ਔਰ ਉਹ ਸਭ ਜਿਹੜਾ ਹੈ ਉਹ ਹਮੇਸ਼ਾ ਵਾਸਤੇ ਨਹੀਂ ਸੀ। ਅਗਲਾ ਸ਼ੇਰ ਮੀਆਂ ਮੁਹੰਮਦ ਬਖਸ਼ ਹੋਰਾਂ ਦਾ, ਤੇ ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਵੀ ਸਾਥ ਲਦਾਣਾ। ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਵੀ ਸਾਥ ਲਦਾਣਾ। ਹੱਥ ਨਾ ਵੇ ਫੇਰ ਮੁਹੰਮਦ, ਜਾਂ ਇਹ ਵਕਤ ਵਹਾਣਾ। ਕਿ ਲੱਦੀ ਜਾਂਦੇ, ਚਲੀ ਜਾਂਦੇ। ਸੰਗ ਦੇ ਸੰਗ ਕਹਿੰਦੇ ਨੇ ਦੋਸਤ ਨੂੰ, ਮਿੱਤਰ ਨੂੰ, ਫਰੈਂਡ ਨੂੰ। ਲੱਦੀ ਜਾਂਦੇ, ਤੁਰੀ ਜਾਂਦੇ, ਅੱਗੇ ਤੁਰੇ ਜਾ ਰਹੇ ਨੇ, ਇੱਥੋਂ ਖ਼ਤਮ ਕਰ ਰਹੇ ਨੇ ਆਪਣਾ ਸਫ਼ਰ, ਅਗਲੇ ਸਫ਼ਰ ਵਾਲੇ ਪਾਸੇ ਜਾ ਰਹੇ ਨੇ। ਯਾਨੀ ਜਿਹੜੇ ਸਾਡੇ ਦੋਸਤ ਨੇ, ਸਾਡੇ ਮਿੱਤਰ ਨੇ, ਸਾਡੇ ਰਿਸ਼ਤੇਦਾਰ ਨੇ, ਸਾਡੇ ਪਿਆਰੇ ਨੇ, ਉਹ ਅਗਲੇ ਸਫ਼ਰ ਨੂੰ ਜਾਣਾ ਸ਼ੁਰੂ ਹੋ ਗਏ ਨੇ। ਤੇ ਹੱਥ ਨਾ ਵੇ ਫੇਰ ਮੁਹੰਮਦ, ਜਾਂ ਇਹ ਵਕਤ ਵਿਹਾਣਾ। ਫਿਰ ਇਹ ਹੱਥ ਨਹੀਂ ਆਵੇਗਾ ਵੇਲਾ ਜਿਹੜਾ ਅਸੀਂ ਗੁਜ਼ਾਰ ਰਹੇ ਹਾਂ। ਇਹ ਵੇਲਾ ਬਹੁਤ ਤੇਜ਼ੀ ਨਾਲ ਵਹਾਣਾ ਦਾ ਮਤਲਬ ਤੇਜ਼ੀ ਨਾਲ ਲੰਘਦਾ ਜਾ ਰਿਹਾ, ਗੁਜ਼ਰਦਾ ਜਾ ਰਿਹਾ, ਮੁੱਕਦਾ ਜਾ ਰਿਹਾ, ਖ਼ਤਮ ਹੁੰਦਾ ਜਾ ਰਿਹਾ। ਇਹ ਵੇਲਾ ਮੁੱਕਦਾ ਜਾ ਰਿਹਾ, ਖ਼ਤਮ ਹੁੰਦਾ ਜਾ ਰਿਹਾ। ਅਤੇ ਫਿਰ ਇਸ ਵੇਲੇ ਨੇ ਜਾਂ ਇਹ ਵਕਤ ਫਿਰ ਹੱਥ ਨਹੀਂ ਆਉਣਾ, ਫਿਰ ਇਹ ਵੇਲਾ ਹੱਥ ਨਹੀਂ ਆਉਣਾ। ਇਹ ਵੇਲਾ ਜਿਹੜਾ ਹੈ ਉਹ ਅੱਗੇ ਤੋਂ ਅੱਗੇ ਜਿਹੜਾ ਹੈ ਉਹ ਟੁਰਦਾ ਜਾਏਗਾ। ਔਰ ਫਿਰ ਜੇ ਤੂੰ ਇਸ ਵੇਲੇ ਨੂੰ ਵੇਖਣਾ ਚਾਹੁੰਦਾ ਹੈ, ਇਸ ਵੇਲੇ ਨੂੰ ਜੇ ਕਿਸੇ ਪਾਸੇ ਲਾਉਣਾ ਚਾਹੁੰਦਾ ਹੈ, ਅਤੇ ਆਪਣੀ ਮੰਜ਼ਿਲ ਵੱਲ ਨੂੰ ਟੁਰਨ ਦਾ ਵਸੀਲਾ ਬਣਾ ਲੈ। ਉੱਥੇ ਜਿਹੜੇ ਤੇਰੇ ਕੰਮ ਆਉਣੇ ਨੇ, ਜਿਹੜੇ ਤੇਰੇ ਅਮਲ ਹੋਣੇ ਨੇ, ਉਹਦੇ ਹਵਾਲੇ ਨਾਲ ਤੂੰ ਕੀ ਕੀਤਾ ਹੈ ਉਹ ਤੂੰ ਵੇਖ। ਜਿਵੇਂ ਸ਼ਾਹ ਹੁਸੈਨ ਨੇ ਕਿਹਾ ਸੀ, ਸੋਹਣਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਕਿ ਖੂਬਸੂਰਤੀ ਜਿਹੜੀ ਹੈ ਉਹ ਸਭ ਮੁੱਕ ਜਾਣੀ ਹੈ, ਮਿਟ ਜਾਣੀ ਹੈ, ਖ਼ਤਮ ਹੋ ਜਾਣੀ ਹੈ, ਉਹ ਹਮੇਸ਼ਾ ਵਾਸਤੇ ਨਹੀਂ ਰਹਿਣੀ।
ਤੇ ਫਿਰ ਹੱਥ ਨਾ ਆਵੇ, ਫਿਰ ਇਹ ਜਾਮ ਵਕਤ, ਫਿਰ ਇਹ ਵੇਲਾ ਹਮੇਸ਼ਾ ਵਾਸਤੇ ਤੇਰੇ ਕੋਲ ਨਹੀਂ ਰਹਿਣਾ। ਤੇ ਤੂੰ ਆਪਣੇ ਆਪ ਨੂੰ ਗਾਫਲ ਨਾ ਕਰ, ਆਪਣੇ ਆਪ ਨੂੰ ਉਸ ਮੌਲਾ ਵੱਲ ਲਾ ਲੈ, ਉਸ ਰੱਬ ਵੱਲ ਲਾ ਲੈ ਜਿਸ ਨੇ ਤੈਨੂੰ ਇਸ ਦੁਨੀਆ ਵਿੱਚ ਭੇਜਿਆ ਤੇ ਤੇਰਾ ਮਕਸਦ ਵੀ ਤੈਨੂੰ ਦੱਸਿਆ ਕਿ ਤੂੰ ਉਸ ਦੇ ਦੱਸੇ ਹੋਏ ਹੁਕਮਾਂ ਦੇ ਮੁਤਾਬਿਕ ਆਪਣੇ ਅਮਲ ਕਰ, ਆਪਣਾ ਜੀਵਨ ਜੀ, ਆਪਣੇ ਨੇਕ ਅਮਲ ਰੱਖ, ਤਾਂ ਜੇ ਤੇਰੀ ਜ਼ਿੰਦਗੀ ਜਿਹੜੀ ਏ ਉਹ ਉਸ ਤਰ੍ਹਾਂ ਦੀ ਨਾ ਹੋ ਜਾਏ ਜੋ ਦੁਨੀਆਦਾਰੀ ਦੇ ਵਿੱਚ ਲਾ ਕੇ ਆਪਣੇ ਆਪ ਨੂੰ ਆਪਣੀ ਆਖਰਤ ਦਾ ਬੇੜਾ ਗਰਕ ਕਰ ਲੈਂਦੇ ਨੇ। ਇਹ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਇਸ ਸ਼ੇਰ ਦੇ ਵਿੱਚ ਸੂਫੀਆਨਾ ਰੰਗ ਜਿਹੜਾ ਹੈ ਉਹ ਢੇਰ ਦੱਸਿਆ ਹੈ। ਹੁਣ ਸੂਫੀਆਨਾ ਰੰਗ ਸੂਫੀ ਦੇ ਕੋਲ ਮੌਜੂ, ਸੂਫੀ ਦੇ ਕੋਲ ਵਸਲ ਹੈ ਇਸ਼ਕੇ ਹਕੀਕੀ ਦੇ ਵਿੱਚ ਜਾ ਕੇ ਮਿਲਦਾ। ਸੂਫੀ ਨੂੰ ਚੈਨ ਆਪਣੇ ਰੱਬ ਦੇ ਨਾਲ ਵਸਲ ਦੇ ਬਾਅਦ ਮਿਲਦਾ ਹੈ, ਪਰ ਇਸੇ ਲਈ ਉਹ ਦੁਨੀਆ ਦੇ ਨਾਲ ਦਿਲ ਲਾਉਣ ਦੀ ਬਜਾਏ ਆਖਰਤ ਨੂੰ ਸਵਾਰਨ ਉੱਤੇ ਬਾਰ-ਬਾਰ ਜ਼ੋਰ ਦਿੰਦਾ ਹੈ। ਸੰਗ ਦੇ ਸਾਥੀ ਲੱਦੀ ਜਾਂਦੇ ਕਿ ਜਦੋਂ ਸਾਡੇ ਦੋਸਤ, ਸਾਡੇ ਆਲ ਦੁਆਲ, ਸਾਡੇ ਹਮ ਉਮਰ, ਸਾਡੇ ਸਮਕਾਲੀ, ਸਾਡੇ ਹਮ ਅਸਰ ਉਹ ਮਰਨ ਲੱਗਦੇ ਨੇ ਨਾ, ਤੇ ਅਸੀਂ ਮੌਤ ਦੀ ਖਾਹਿਸ਼ ਕਰਨ ਲੱਗਦੇ। ਸਾਡੀ ਮੌਤ ਦੀ ਖਾਹਿਸ਼, ਮੈਂ ਕੁਝ ਵੇਲਾ ਪਹਿਲੇ ਆਪਣੇ ਹੀ ਕਾਲਜ ਦੇ ਵਿੱਚ ਵੇਖਿਆ, ਦੋ ਦੋਸਤ ਕੋਈ ਆਪਣੀ ਰਿਟਾਇਰਮੈਂਟ ਤੋਂ 10-12 ਵਰ੍ਹੇ ਬਾਅਦ ਮਿਲ ਰਹੇ ਨੇ ਤੇ ਦੋਵੇਂ ਇੱਕ ਦੂਜੇ ਨੂੰ ਜਿਹੜੇ ਵੇਖ ਰਹੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਜ਼ਿੰਦਗੀ ਨਹੀਂ ਨਜ਼ਰ ਆ ਰਹੀ, ਔਰ ਫਿਰ ਉਹ ਇੱਕ ਦੂਜੇ ਨੂੰ ਪੁੱਛ ਰਹੇ ਨੇ, ਯਾਰ ਉਹ ਸ਼ਫੀਕ ਬੱਟ ਸੀ, ਹਾਂ ਉਹ ਸ਼ਫੀਕ ਬੱਟ ਸਾਹਿਬ ਦਾ ਕੀ ਹਾਲ ਹੈ? ਅਸਲ ਵਿੱਚ ਉਹਨਾਂ ਦੇ ਆਪਣੇ ਜਿਹੜੇ ਦੋਸਤ ਮਿੱਤਰ ਨੇ ਉਹ ਫੌਤ ਹੋ ਚੁੱਕੇ ਨੇ, ਖ਼ਤਮ ਹੋ ਚੁੱਕੇ ਨੇ, ਔਰ ਉਹ ਸ਼ਫੀਕ ਬੱਟ ਦਾ ਵੀ ਇਸੇ ਲਈ ਪਤਾ ਕਰ ਰਹੇ ਨੇ ਕਿ ਕੀ ਉਹ ਜ਼ਿੰਦਾ ਹੈ। ਔਰ ਇਹ ਕਹਿੰਦੇ ਹੋਇਆਂ ਦੋਵਾਂ ਦੇ ਅੱਖਾਂ ਦੇ ਵਿੱਚ ਜਿਹੜੀ ਜ਼ਿੰਦਗੀ ਦੀ ਜਿਹੜੀ ਰਮਕ ਬਾਕੀ ਸੀ ਉਸ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਸੀ ਕਿ ਉਹ ਜ਼ਿੰਦਗੀ ਨੂੰ ਹੁਣ ਸਮਝ ਚੁੱਕੇ ਨੇ ਔਰ ਜ਼ਿੰਦਗੀ ਦੇ ਆਰਜ਼ੀਪਨ ਨੂੰ ਵੀ ਵੇਖ ਚੁੱਕੇ ਨੇ, ਔਰ ਉਹ ਆਪਣੀ ਮੌਤ ਦਾ ਵੀ ਉਸੇ ਤਰ੍ਹਾਂ ਹੀ ਇੰਤਜ਼ਾਰ ਕਰ ਰਹੇ ਨੇ। ਉਹ ਜਿਹੜਾ ਹਕੀਕਤ ਪਸੰਦਾਨਾ ਮੌਜੂ ਹੈ, ਉਹ ਮੀਆਂ ਮੁਹੰਮਦ ਬਖਸ਼ ਨੇ ਦੱਸਿਆ ਕਿ ਇਨਸਾਨ ਦੀ ਹੈਸੀਅਤ ਇਸ ਦੁਨੀਆ ਦੇ ਉੱਤੇ ਹਮੇਸ਼ਾ ਵਾਸਤੇ ਨਹੀਂ ਹੈ। ਜਿਵੇਂ ਕੋਈ ਮੁਸਾਫਰ ਖਾਨੇ ਦੇ ਉੱਤੇ ਵਿੱਚ ਆ ਕੇ ਥੋੜ੍ਹੀ ਦੇਰ ਵਾਸਤੇ ਆਪਣਾ ਡੇਰਾ ਲਾਉਂਦਾ ਹੈ, ਥੋੜ੍ਹੀ ਦੇਰ ਵਾਸਤੇ ਰੁਕਦਾ ਹੈ ਔਰ ਫਿਰ ਉਸਨੇ ਅਗਲੇ ਸਫ਼ਰ 'ਤੇ ਚਲੇ ਜਾਣਾ ਹੁੰਦਾ ਹੈ। ਉਹ ਸਫ਼ਰ ਜਿਹਦੇ ਵਿੱਚ ਉਹਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਹੈ, ਅਤੇ ਉਹ ਫਿਰ ਉਹ ਵੇਖਦਾ ਹੈ ਕਿ ਉਹਦੇ ਆਲ ਦੁਆਲੇ ਉਹਦੇ ਜਿਹੜੇ ਸੰਗੀ ਸਾਥੀ ਨੇ ਉਹ ਮਰਦੇ ਜਾ ਰਹੇ ਨੇ, ਉਹ ਮਿਟਦੇ ਜਾ ਰਹੇ ਨੇ, ਉਹ ਖ਼ਤਮ ਹੁੰਦੇ ਜਾ ਰਹੇ ਨੇ, ਅਤੇ ਫਿਰ ਉਹ ਆਪਣੀ ਮੌਤ ਦੀ ਵੀ ਤਿਆਰੀ ਜਿਹੜੀ ਹੈ ਉਹ ਕਰਦੇ ਰਹਿੰਦੇ ਨੇ। ਪਰ ਜਿਨ੍ਹਾਂ ਨੇ ਚੰਗੀਆਂ ਨੀਅਤਾਂ ਰੱਖੀਆਂ, ਚੰਗੇ ਅਮਲ ਕੀਤੇ, ਉਹਨਾਂ ਕੋਲ ਵੇਲਾ ਹੈ, ਉਹ ਆਪਣੇ ਵੇਲੇ ਨੂੰ ਹਮੇਸ਼ਾ ਵਾਸਤੇ ਜਿਹੜੇ ਨੇ ਉਹ ਚੰਗੀ ਰਾਹ 'ਤੇ ਲਾ ਸਕਦੇ ਨੇ। ਅਤੇ ਇਸੇ ਲਈ ਮੀਆਂ ਮੁਹੰਮਦ ਬਖਸ਼ ਕਹਿੰਦੇ ਨੇ, ਹੱਥ ਨਾ ਆਵੇ ਫੇਰ ਮੁਹੰਮਦ, ਜਾਂ ਇਹ ਵਕਤ ਵਹਾਣਾ, ਜੇ ਇਹ ਵੇਲਾ ਲੰਘ ਗਿਆ ਅਤੇ ਫਿਰ ਹਮੇਸ਼ਾ ਦੁਬਾਰਾ ਇਹ ਵੇਲਾ ਨਹੀਂ ਆਉਣਾ। ਇਸੇ ਲਈ ਤਾਂ ਵਾਰਿਸ ਸ਼ਾਹ ਨੇ ਵੀ ਕਿਹਾ, ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ, ਜਿਨ੍ਹਾਂ ਨੇ ਵੇਲੇ ਨੂੰ ਸਾਂਭਿਆ, ਉਹਨਾਂ ਨੇ ਨੇਕ ਕਮਾਈਆਂ ਕੀਤੀਆਂ ਅਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਰਹੀ ਅਤੇ ਉਹ ਸਦਾ ਹੀ ਜੀਵਨ ਲੱਗ ਪਏ, ਕਿਉਂਕਿ ਆਖਿਰਕਾਰ ਤੇ ਸਭ ਨੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਹੈ। ਔਰ ਉਹ ਜਿਹੜਾ ਖਾਤਮਾ ਹੈ, ਉਸ ਖਾਤਮੇ ਤੋਂ ਪਹਿਲੇ ਇਸ ਵੇਲੇ ਨੂੰ, ਆਪਣੇ ਜ਼ਿੰਦਗੀ ਨੂੰ, ਜੇ ਉਸ ਦੇ ਮਕਸਦ ਨੂੰ ਜਾਣ ਲਿਆ ਜਾਵੇ ਅਤੇ ਫਿਰ ਇਨਸਾਨ ਜਿਹੜਾ ਹੈ ਉਹਦੇ ਕੋਲ ਪਛਤਾਵਾ ਨਹੀਂ ਰਹੇਗਾ ਅਤੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਪੁਰਸਕੂਨ ਹੋ ਜਾਏਗੀ ਅਤੇ ਪਛਤਾਵੇ ਉਸ ਤੋਂ ਬਹੁਤ ਦੂਰ ਜਿਹੜੇ ਨੇ ਉਹ ਚਲੇ ਜਾਣਗੇ। ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਸ਼ਾਇਰੀ ਦੇ ਹਵਾਲੇ ਨਾਲ ਇਹ ਜਿਹੜੇ ਦੋ ਬੰਦ ਸੀ ਅੱਜ ਕੀਤੇ, ਚਾਹ ਤੇ ਰਿਹਾ ਸੀ ਕਿ ਮੈਂ ਪੂਰਾ ਜਿਹੜਾ ਪੜ੍ਹਾ ਦਾਂ, ਪਰ ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਤਸ਼ਰੀਹ ਜਿਹੜੀ ਉਹ ਜ਼ਿਆਦਾ ਮੰਗਦੇ ਨੇ
ਇਸ ਲਈ ਮੈਂ ਇਸ ਨੂੰ ਜਿਹੜਾ ਹੈ ਉਹ ਵਧਾ ਦਿੱਤਾ ਔਰ ਵੇਲੇ ਦਾ ਪਤਾ ਹੀ ਨਹੀਂ ਲੱਗਾ ਕਿ ਅਸੀਂ ਸਿਰਫ ਹਲੇ 2 ਬੰਦ ਹੀ ਕੀਤੇ ਨੇ। ਅਗਲੇ ਲੈਕਚਰ 'ਚ ਅਗਲੇ 2 ਬੰਦ ਜਿਹੜੇ ਨੇ ਉਹ ਤੁਹਾਨੂੰ ਪੜ੍ਹਾ ਦਿੱਤੇ ਜਾਣਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ। ਰੱਬ ਰੱਖਾ।